सारे विद्यार्थियों का यूट्यूब चैनल सपोर्ट फॉर एजुकेशन विच बहुत बहुत स्वागत है। तो अज असी करांगे पंजाबी जमात 8वीं दूजी भाषा का 11वां पाठ का नाम है शहद दियां मक्खियां। यह पाठ एक लेख है जिसके लेखक हैं पवन कुमार सी। दोस्तों पहला असी इस पाठ को पढ़ांगे तो इस तो बाद इस पाठ का अभ्यास हल करांगे। तो जे अजे तक आप सारिਆਂ ने यूट्यूब चैनल सपोर्ट फॉर एजुकेशन सबसक्राइब नहीं किया तो चैनल को सबसक्राइब जरूर करो ताकि नवीं वीडियोस आप सारिਆਂ समय से प्राप्त हो सकन। आओ शुरू करते हैं। शहद दियां मक्खियां एक परिवार दे जियां वांग रल मिल के रहिंदियां हन। पंजाब विच इन्हां नूं डुमणा, मखील या मठाकी भी कहंदे हन। यह सारियां देसी मक्खियां हन। शहद दियां मक्खियां नूं वपारिक पद्धर ते पालिया भी जांदा है ते इस प्रकार यह अनेकां लोकां दे रोज़गार दा साधन बनदियां हन। पालिया जाण वालियां मक्खियां नूं इटालियन मक्खियां कहंदे हन क्योंकि मूल रूप विच यह मक्खियां किसी समय इटली तो लिआंदियां गईयां सन। इन्हां नूं बक्सियां विच पालिया जांदा है। शहद दे एक बक्से तो साल विच 20 तो 40 किलो तक शहद प्राप्त हो सकता है। मखील दियां मक्खियां आकार विच इन्हां तो सब तो छोटियां हुंदियां हन। यह अपना छत्ता झाड़ियां या नीवें दरखतां दियां पतलियां टाहणियां नाल बनाउंदियां हन। डुमणा अपना छत्ता उच्चे दरखतां दे मोटे टहणियां नाल, उच्चियां छत्तां नाल, पिपल अते बोहड़ आदि दे दरखतां नाल बनाउंदा है। इन्हां तो इलावा लड्डू मक्खी या पहाड़ी मक्खी भी शहद दियां मक्खियां दे एक किस्म है। यह अपना छत्ता जो 5-10 छोटे छोटे छत्तियां दा समूह हुंदा है दरखत दियां खोड़ां, हनेरे कमरियां या दीवार दे विचकार बनाउंदियां हन। पहाड़ी इलाकिਆਂ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਬਕਸੇਨੁਮਾ ਛੋਟੇ ਛੋਟੇ ਪੱਕੇ ਖਾਨੇ ਬਣਾਏ ਹੁੰਦੇ ਹਨ ਜਿਨ੍ਹਾਂ ਵਿੱਚ ਲੱਡੂ ਮੱਖੀਆਂ ਆਪਣੇ ਛੱਤੇ ਬਣਾਉਂਦੀਆਂ ਹਨ। ਵਪਾਰਿਕ ਪੱਧਰ ਤੇ ਇਟਾਲੀਅਨ ਮੱਖੀਆਂ ਨੂੰ ਬਕਸਿਆਂ ਵਿੱਚ ਪਾਇਆ ਜਾਂਦਾ ਹੈ। ਇੱਕ ਰਾਣੀ ਮੱਖੀ ਦੇ ਪਰਿਵਾਰ ਨੂੰ ਇੱਕ ਕਲੋਨੀ ਆਖਿਆ ਜਾਂਦਾ ਹੈ। ਇੱਕ ਬਕਸੇ ਵਿੱਚ ਉਸ ਦੇ ਆਕਾਰ ਅਨੁਸਾਰ ਕੁਝ ਹਜ਼ਾਰ ਤੋਂ ਲੈ ਕੇ ਕਈ ਹਜ਼ਾਰ ਤੱਕ ਮੱਖੀਆਂ ਹੋ ਸਕਦੀਆਂ ਹਨ। ਆਮ ਤੌਰ ਤੇ ਸਾਰੀਆਂ ਮੱਖੀਆਂ ਮਾਦਾ ਕਾਮਾ ਮੱਖੀਆਂ ਹੁੰਦੀਆਂ ਹਨ। ਇਹ ਮਾਦਾ ਕਾਮਾ ਮੱਖੀਆਂ ਛੱਤੇ ਨੂੰ ਸਵਾਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰ ਤੋਂ ਸ਼ਹਿਦ ਲਿਆਉਣ ਅਤੇ ਛੱਤੇ ਦੀ ਰਖਵਾਲੀ ਕਰਨ ਵਰਗੇ ਕੰਮ ਕਰਦੀਆਂ ਹਨ। ਕਾਮਾ ਮੱਖੀਆਂ ਦੀ ਉਮਰ 2 ਤੋਂ 3 ਮਹੀਨੇ ਤੱਕ ਦੀ ਹੁੰਦੀ ਹੈ। ਛੱਤੇ ਵਿੱਚ ਇੱਕ ਮਾਦਾ ਰਾਣੀ ਮੱਖੀ ਹੁੰਦੀ ਹੈ ਜੋ ਆਕਾਰ ਵਿੱਚ ਬਾਕੀ ਮਾਦਾ ਕਾਮਾ ਮੱਖੀਆਂ ਨਾਲੋਂ ਥੋੜੀ ਲੰਮੀ ਹੁੰਦੀ ਹੈ। ਇਸ ਦੀ ਉਮਰ 2 ਤੋਂ 3 ਸਾਲ ਤੱਕ ਹੋ ਸਕਦੀ ਹੈ। ਇੱਕ ਛੱਤੇ ਵਿੱਚ ਇੱਕ ਹੀ ਰਾਣੀ ਮੱਖੀ ਹੁੰਦੀ ਹੈ। ਰਾਣੀ ਮੱਖੀ ਆਂਡੇ ਦੇਣ ਦਾ ਕੰਮ ਕਰਦੀ ਹੈ। ਇਹ ਇੱਕ ਦਿਨ ਵਿੱਚ 3000 ਤੱਕ ਆਂਡੇ ਦੇ ਦਿੰਦੀ ਹੈ। ਇਹ ਮੱਖੀਆਂ ਜੀਵ ਜਗਤ ਦੇ ਆਰਥੋਪੋਡਾ ਜਾਂ ਜੁੜੀਆਂ ਹੋਈਆਂ ਲੱਤਾਂ ਵਾਲੇ ਜੀਵ ਵਰਗ ਨਾਲ ਸੰਬੰਧ ਰੱਖਦੀਆਂ ਹਨ। ਇਹਨਾਂ ਦੀਆਂ 6 ਲੱਤਾਂ ਹੁੰਦੀਆਂ ਹਨ ਜੋ ਧੜ ਨਾਲ ਇੱਕ ਥਾਂ ਤੋਂ ਜੁੜੀਆਂ ਹੁੰਦੀਆਂ ਹਨ। ਇਹਨਾਂ ਦਾ ਜੀਵਨ ਚੱਕਰ ਬਾਕੀ ਜੀਵਾਂ ਨਾਲੋਂ ਭਿੰਨ ਹੁੰਦਾ ਹੈ। ਤੇ ਇਹ ਧਿਆਨ ਨਾਲ ਸੁਣਨਾ ਇਹਨਾਂ ਦਾ ਜੀਵਨ ਚੱਕਰ ਕਿਉਂਕਿ ਇਹ ਇੰਪੋਰਟੈਂਟ ਕੁਐਸਚਨ ਵੀ ਹੈ। ਇਹਨਾਂ ਦੇ ਅੰਡਿਆਂ ਵਿੱਚੋਂ ਨਿਕਲੇ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਰਾਣੀ ਮੱਖੀ ਦੁਆਰਾ ਦਿੱਤੇ ਅੰਡਿਆਂ ਵਿੱਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ ਜਿਸ ਨੂੰ ਲਾਰਵਾ ਕਹਿੰਦੇ ਹਨ। ਕਾਮਾ ਮੱਖੀਆਂ ਆਪਣੇ ਸਰੀਰ ਵਿੱਚ ਇੱਕ ਖਾਸ ਪ੍ਰਕਾਰ ਦਾ ਰਸ ਪੈਦਾ ਕਰਦੀਆਂ ਹਨ ਜਿਸ ਨੂੰ ਰਾਇਲ ਜੈਲੀ ਕਹਿੰਦੇ ਹਨ। ਲਾਰਵਾ ਨੂੰ ਪਹਿਲੇ 2 ਦਿਨ ਖਾਣ ਲਈ ਰਾਇਲ ਜੈਲੀ ਦਿੱਤੀ ਜਾਂਦੀ ਹੈ। ਰਾਣੀ ਮੱਖੀ ਵੀ ਰਾਇਲ ਜੈਲੀ ਹੀ ਖਾਂਦੀ ਹੈ ਜਦੋਂ ਕਿ ਬਾਕੀ ਕਾਮਾ ਮੱਖੀਆਂ ਸ਼ਹਿਦ ਅਤੇ ਪਰਾਗਕਣ ਖਾਂਦੀਆਂ ਹਨ। 2 ਦਿਨ ਰਾਇਲ ਜੈਲੀ ਦੇਣ ਤੋਂ ਬਾਅਦ ਲਾਰਵਾ ਨੂੰ ਸਧਾਰਨ ਸ਼ਹਿਦ ਦਿੱਤਾ ਜਾਂਦਾ ਹੈ। ਕੁਝ ਦਿਨਾਂ ਵਿੱਚ ਇਹ ਆਕਾਰ ਵੱਧ ਜਾਂਦਾ ਹੈ ਫਿਰ ਇਹ ਖਾਣਾ ਛੱਡ ਦਿੰਦੀ ਹੈ। ਇਸ ਦੇ ਸੈੱਲ ਨੂੰ ਉੱਪਰ ਤੋਂ ਸੀਲ ਕਰ ਦਿੱਤਾ ਜਾਂਦਾ ਹੈ। ਇਸ ਅਵਸਥਾ ਨੂੰ ਪਿਊਪਾ ਅਵਸਥਾ ਕਹਿੰਦੇ ਹਨ। ਜਦੋਂ ਸੈੱਲ ਸੀਲ ਹੋ ਜਾਂਦਾ ਹੈ ਤੇ ਉਸ ਅਵਸਥਾ ਨੂੰ ਪਿਊਪਾ ਅਵਸਥਾ ਕਹਿੰਦੇ ਹਨ ਅਤੇ ਅੰਦਰ ਵਾਲੀ ਸੁੰਡੀ ਨੂੰ ਪਿਊਪਾ ਅਵਸਥਾ ਵਿੱਚ ਸੁੰਡੀ ਦੇ ਸਰੀਰ ਵਿੱਚ ਹੈਰਾਨੀਜਨਕ ਤਬਦੀਲੀ ਹੁੰਦੀ ਹੈ ਅਤੇ ਇਹ ਸੁੰਡੀ ਤੋਂ ਸ਼ਹਿਦ ਦੀ ਮੱਖੀ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਜਦੋਂ ਸੈੱਲ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਨਵੀਂ ਕਾਮਾ ਮੱਖੀ ਬਾਹਰ ਆ ਜਾਂਦੀ ਹੈ। ਇਹ ਕਾਮਾ ਮੱਖੀ ਅਜੇ ਆਕਾਰ ਵਿੱਚ ਬਾਕੀਆਂ ਮੱਖੀਆਂ ਨਾਲੋਂ ਥੋੜੀ ਛੋਟੀ ਹੁੰਦੀ ਹੈ। ਇਸ ਲਈ ਕੁਝ ਦਿਨ ਇਹ ਛੱਤੇ ਦੇ ਸੈੱਲਾਂ ਨੂੰ ਸਾਫ਼ ਕਰਨ ਅਤੇ ਲਾਰਵਾ ਨੂੰ ਭੋਜਨ ਖਵਾਉਣ ਦਾ ਕੰਮ ਕਰਦੀ ਹੈ। ਜੀਵਨ ਦੇ ਬਾਕੀ ਦਿਨਾਂ ਵਿੱਚ ਇਹ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਕੇ ਲਿਆਉਣ ਦਾ ਕੰਮ ਕਰਦੀ ਹੈ। ਮੱਖੀਆਂ ਨੂੰ ਆਪਣੇ ਬਕਸੇ ਦੀ ਪਹਿਚਾਣ ਹੁੰਦੀ ਹੈ। ਇਹ ਆਪਣੇ ਬਕਸੇ ਵਿੱਚ ਹੀ ਵਾਪਸ ਆਉਂਦੀਆਂ ਹਨ। ਬਕਸੇ ਦੇ ਦੁਆਰ ਤੇ ਰਖਵਾਲੀ ਕਰਨ ਵਾਲੀਆਂ ਮੱਖੀਆਂ ਪਹਿਰਾ ਦਿੰਦੀਆਂ ਹਨ।
ਉਹ ਬਾਹਰੀ ਮੱਖੀ ਨੂੰ ਅੰਦਰ ਆਉਣ ਤੋਂ ਰੋਕਦੀਆਂ ਹਨ। ਪਰ ਜੇਕਰ ਕੋਈ ਬਾਹਰੀ ਮੱਖੀ ਸ਼ਹਿਦ ਲੈ ਕੇ ਆਵੇ ਤਾਂ ਉਸ ਨੂੰ ਆਉਣ ਦਿੰਦੀਆਂ ਹਨ। ਅਕਸਰ ਕਮਜ਼ੋਰ ਛੱਤਿਆਂ ਉੱਤੇ ਬਾਹਰੀ ਮੱਖੀਆਂ ਹਮਲਾ ਕਰਕੇ ਉਹਨਾਂ ਦਾ ਸ਼ਹਿਦ ਚੂਸ ਲੈਂਦੀਆਂ ਹਨ। ਇਸ ਦੌਰਾਨ ਛੱਤੇ ਦੀਆਂ ਸਾਰੀਆਂ ਮੱਖੀਆਂ ਹਮਲਾਵਰ ਮੱਖੀਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਇਹਨਾਂ ਹਮਲਿਆਂ ਵਿੱਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ। ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ। ਮੱਖੀਆਂ ਸ਼ਹਿਦ ਇਕੱਠਾ ਕਰਨ ਲਈ 2 ਤੋਂ 3 ਕਿਲੋਮੀਟਰ ਦੇ ਘੇਰੇ ਵਿੱਚ ਸ਼ਹਿਦ ਦੀ ਭਾਲ ਕਰਦੀਆਂ ਹਨ ਅਤੇ ਛੱਤੇ ਵਿੱਚ ਵਾਪਸ ਆ ਕੇ ਬਾਕੀ ਕਾਮਾ ਮੱਖੀਆਂ ਨੂੰ ਇਸ ਸਥਾਨ ਦੀ ਦੂਰੀ ਅਤੇ ਦਿਸ਼ਾ ਬਾਰੇ ਦੱਸਦੀਆਂ ਹਨ। ਅਜਿਹਾ ਕਰਨ ਲਈ ਉਹ ਛੱਤੇ ਉੱਪਰ ਆਠੇ ਦਾ, ਜਿਵੇਂ 8 ਨੰਬਰ ਹੁੰਦਾ ਨਾ, ਆਠੇ ਦੇ ਆਕਾਰ ਵਿੱਚ ਘੁੰਮਦੀਆਂ ਹਨ। ਇਹ ਆਠੇ ਦਾ ਆਕਾਰ ਜਿੰਨਾ ਵੱਡਾ ਹੁੰਦਾ ਹੈ, ਫੁੱਲਾਂ ਦਾ ਸਥਾਨ ਉਨਾ ਹੀ ਦੂਰ ਹੁੰਦਾ ਹੈ। ਜਿੰਨਾ ਵੱਡਾ ਅੱਠੇ ਦਾ ਸਾਈਜ਼, ਆਕਾਰ, ਤੇ ਉਨਾ ਵੱਡਾ ਹੀ ਦੂਰ ਹੈ ਫੁੱਲਾਂ ਦਾ ਸਥਾਨ, ਕਿਉਂਕਿ ਫੁੱਲਾਂ ਵਿੱਚੋਂ ਉਹਨਾਂ ਨੇ ਰਸ ਹੈ ਉਹ ਚੂਸਣਾ ਹੈ। ਮੱਖੀਆਂ ਦੇ ਮੂੰਹ ਦੇ ਅਲੱਗ-ਅਲੱਗ ਹਿੱਸੇ ਹੁੰਦੇ ਹਨ। ਅੰਦਰਲੇ ਹਿੱਸੇ ਵਿੱਚ ਜੀਭ ਇੱਕ ਪਾਈਪ ਵਰਗੀ ਹੁੰਦੀ ਹੈ। ਇਸ ਨਾਲ ਇਹ ਫੁੱਲਾਂ ਵਿੱਚੋਂ ਰਸ ਚੂਸਦੀਆਂ ਹਨ, ਬਿਲਕੁਲ ਉਵੇਂ ਜਿਵੇਂ ਅਸੀਂ ਕਿਸੇ ਪਾਈਪ ਦੁਆਰਾ ਬੋਤਲ ਵਿੱਚੋਂ ਜੂਸ ਜਾਂ ਸੋਡਾ ਆਦਿ ਪੀਂਦੇ ਹਾਂ। ਜਦੋਂ ਇਹ ਉਸ ਰਸ ਨੂੰ ਪਚਾਉਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਐਂਜ਼ਾਈਮ ਇਸ ਵਿੱਚ ਮਿਲ ਜਾਂਦੇ ਹਨ। ਛੱਤੇ ਵਿੱਚ ਪਹੁੰਚ ਕੇ ਇਸ ਰਸ ਨੂੰ ਸੈੱਲਾਂ ਵਿੱਚ ਉਗਲ ਦਿੱਤਾ ਜਾਂਦਾ ਹੈ। ਮੱਖੀਆਂ ਆਪਣੇ ਖੰਭਾਂ ਨੂੰ ਫੜਫੜਾ ਕੇ ਉਗਲੇ ਹੋਏ ਰਸ ਵਿੱਚੋਂ ਪਾਣੀ ਨੂੰ ਉਡਾਉਂਦੀਆਂ ਹਨ। ਇਸ ਤਰ੍ਹਾਂ ਸ਼ਹਿਦ ਬਣ ਜਾਂਦਾ ਹੈ। ਸ਼ਹਿਦ ਵਿੱਚ ਪਾਣੀ, ਕਾਰਬੋਹਾਈਡਰੇਟਸ, ਪਰਾਗਕਣ, ਐਂਜ਼ਾਈਮ ਆਦਿ ਹੁੰਦੇ ਹਨ। ਸ਼ਹਿਦ ਗਾੜਾ ਹੋਣ ਅਤੇ ਸੈੱਲ ਭਰ ਜਾਣ ਤੇ ਸੈੱਲਾਂ ਨੂੰ ਮੋਮ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਤੇ ਮੋਮ ਹੁੰਦੀ ਹੈ ਜਿਹਨੂੰ ਬੀ ਵੈਕਸ ਵੀ ਕਿਹਾ ਜਾਂਦਾ ਹੈ। ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ ਵਿੱਚ ਸ਼ਹਿਦ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਛੱਤਿਆਂ ਵਿੱਚ ਵੀ ਕਾਫੀ ਸ਼ਹਿਦ ਹੁੰਦਾ ਹੈ। ਉਦੋਂ ਰਾਣੀ ਮੱਖੀ ਵੀ ਵੱਧ ਅੰਡੇ ਦਿੰਦੀ ਹੈ, ਜਿਸ ਕਾਰਨ ਮੱਖੀਆਂ ਦੀ ਸੰਖਿਆ ਕਾਫੀ ਵੱਧ ਜਾਂਦੀ ਹੈ। ਇਸ ਦੌਰਾਨ ਕੁਝ ਕਾਮਾ ਮੱਖੀਆਂ ਆਕੀ ਹੋ ਕੇ ਨਵੀਂ ਰਾਣੀ ਮੱਖੀ ਤਿਆਰ ਕਰ ਲੈਂਦੀਆਂ ਹਨ। ਅਜਿਹਾ ਕਰਨ ਲਈ ਛੱਤੇ ਤੋਂ ਦੂਰ ਦੇ ਇਲਾਕੇ ਵਿੱਚ ਜਿੱਥੇ ਰਾਣੀ ਮੱਖੀ ਬਹੁਤ ਘੱਟ ਜਾਂਦੀ ਹੋਵੇ, ਇੱਕ ਰਾਣੀ ਸੈੱਲ ਬਣਾਇਆ ਜਾਂਦਾ ਹੈ ਜੋ ਦੂਜੇ ਸੈੱਲਾਂ ਨਾਲੋਂ ਮਜ਼ਬੂਤ ਅਤੇ ਵੱਡਾ ਹੁੰਦਾ ਹੈ। ਇਸ ਵਿੱਚ ਆਂਡਾ ਲਿਆ ਕੇ ਰੱਖਿਆ ਜਾਂਦਾ ਹੈ ਅਤੇ ਆਂਡੇ ਵਿੱਚੋਂ ਨਿਕਲਣ ਵਾਲੇ ਲਾਰਵਾ ਨੂੰ ਰਾਇਲ ਜੈਲੀ ਦਿੱਤੀ ਜਾਂਦੀ ਹੈ। ਲਾਰਵਾ ਤੋਂ ਪਿਊਪਾ ਅਵਸਥਾ ਤੱਕ ਇਹ ਰਾਇਲ ਜੈਲੀ ਹੀ ਖਾਂਦਾ ਹੈ। ਰਾਇਲ ਜੈਲੀ ਖਾਣ ਕਾਰਨ ਇਹ ਆਕਾਰ ਵਿੱਚ ਵੱਧ ਜਾਂਦਾ ਹੈ ਅਤੇ ਪਿਊਪਾ ਅਵਸਥਾ ਤੋਂ ਬਾਅਦ ਇਹ ਰਾਣੀ ਮੱਖੀ ਵਿੱਚ ਵਿਕਸਿਤ ਹੋ ਜਾਂਦਾ ਹੈ। ਮਖੱਟੂ ਹੁੰਦਾ ਕਿ ਜੋ ਰਾਣੀ ਮੱਖੀ ਬਣਦੀ ਹੈ ਨਾ, ਮਤਲਬ ਕਿ ਜਿਹੜੀ ਮੱਖੀ ਰਾਣੀ ਮੱਖੀ ਬਣੇਗੀ ਵੱਡੀ ਹੋ ਕੇ, ਉਹਨੂੰ ਮਖੱਟੂ ਕਿਹਾ ਜਾਂਦਾ ਹੈ। ਮਖੱਟੂ ਦੇ ਮੂੰਹ ਵਿੱਚ ਚੂਸਣ ਵਾਲੇ ਅੰਗ ਨਹੀਂ ਹੁੰਦੇ। ਇਸ ਲਈ ਆਪਣੇ ਭੋਜਨ ਲਈ ਉਹ ਪੂਰੀ ਤਰ੍ਹਾਂ ਕਾਮਾ ਮੱਖੀਆਂ ਤੇ ਨਿਰਭਰ ਹੁੰਦੇ ਹਨ। ਕਾਮਾ ਮੱਖੀਆਂ ਇਹਨਾਂ ਦੇ ਮੂੰਹ ਵਿੱਚ ਭੋਜਨ ਦਿੰਦੀਆਂ ਹਨ। ਨਵੀਂ ਰਾਣੀ ਮੱਖੀ ਕੁਝ ਦਿਨਾਂ ਬਾਅਦ ਆਪਣੇ ਨਾਲ ਹੋਰ ਕਾਮਾ ਮੱਖੀਆਂ ਲੈ ਕੇ ਉੱਡ ਜਾਂਦੀ ਹੈ ਅਤੇ ਨਵੀਂ ਜਗ੍ਹਾ ਤੇ ਨਵਾਂ ਛੱਤਾ ਤਿਆਰ ਕਰਦੀ ਹੈ। ਤੇ ਦੋਸਤੋ, ਇਹ ਸੀਗਾ ਪਾਠ ਸ਼ਹਿਦ ਦੀਆਂ ਮੱਖੀਆਂ, ਜਿਸ ਵਿੱਚ ਸਾਨੂੰ ਸ਼ਹਿਦ ਦੀਆਂ ਮੱਖੀਆਂ ਬਾਰੇ ਪਤਾ ਚੱਲਿਆ। ਤੇ ਹੁਣ ਸਮਾਂ ਇਸ ਪਾਠ ਦਾ ਅਭਿਆਸ ਹੱਲ ਕਰਨ ਦਾ। ਆਓ ਸ਼ੁਰੂ ਕਰਦੇ ਹਾਂ ਇਸ ਪਾਠ ਦੇ ਪ੍ਰਸ਼ਨ। ਸਭ ਤੋਂ ਪਹਿਲਾਂ ਹੈ ਬਹੁ ਵਿਕਲਪੀ ਪ੍ਰਸ਼ਨ। ਕੀ ਸ਼ਹਿਦ ਦੀਆਂ ਮੱਖੀਆਂ ਰਲ ਮਿਲ ਕੇ ਇੱਕ ਪਰਿਵਾਰ ਵਾਂਗ ਰਹਿੰਦੀਆਂ ਹਨ? ਤੇ ਆਪਸ਼ਨਸ ਨੇ ਹਾਂਜੀ, ਨਹੀਂ ਜੀ ਜਾਂ ਕਦੇ ਕਦੇ। ਤੇ ਇਸ ਦਾ ਉੱਤਰ ਹੈ ਹਾਂਜੀ। ਇੱਕ ਕਲੋਨੀ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਲਗਭਗ ਕਿੰਨੀ ਗਿਣਤੀ ਹੁੰਦੀ ਹੈ? 1000, 2000 ਜਾਂ ਕਈ ਹਜ਼ਾਰ? ਤੇ ਇਸ ਦਾ ਉੱਤਰ ਹੈ ਕਈ ਹਜ਼ਾਰ। ਕਾਮਾ ਮੱਖੀ ਦੀ ਕਿੰਨੀ ਉਮਰ ਹੁੰਦੀ ਹੈ? 25 ਦਿਨ, 30 ਦਿਨ ਜਾਂ 2 ਤੋਂ 3 ਮਹੀਨੇ? ਤੇ ਇਸ ਦਾ ਉੱਤਰ ਹੈ 2 ਤੋਂ 3 ਮਹੀਨੇ। ਰਾਣੀ ਮੱਖੀ ਇੱਕ ਦਿਨ ਵਿੱਚ ਲਗਭਗ ਕਿੰਨੇ ਅੰਡੇ ਦੇ ਸਕਦੀ ਹੈ? ਲਗਭਗ 100, 1000 ਜਾਂ 3000? ਅਤੇ ਇਸ ਦਾ ਉੱਤਰ ਹੈ 3000। ਸ਼ਹਿਦ ਦੀਆਂ ਪਾਲਤੂ ਮੱਖੀਆਂ ਦਾ ਠੀਕ ਨਾਂ ਕਿਹੜਾ ਹੈ? ਇਟਾਲੀਅਨ ਮੱਖੀ, ਲੱਡੂ ਮੱਖੀ ਜਾਂ ਪਹਾੜੀ ਮੱਖੀ ਜਾਂ ਡੋਮਣਾ? ਤੇ ਇਸ ਦਾ ਉੱਤਰ ਹੈ ਇਟਾਲੀਅਨ ਮੱਖੀ। ਹੁਣ ਅਸੀਂ ਕਰਾਂਗੇ ਛੋਟੇ ਉਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਹੈ ਵਪਾਰਿਕ ਤੌਰ ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ ਦਾ ਕੀ ਨਾਂ ਹੈ? ਅਤੇ ਇਸ ਦਾ ਉੱਤਰ ਹੈ ਇਟਾਲੀਅਨ ਮੱਖੀਆਂ। ਅਗਲਾ ਪ੍ਰਸ਼ਨ ਹੈ ਸ਼ਹਿਦ ਦੀਆਂ ਮੱਖੀਆਂ ਦੀਆਂ ਹੋਰ ਕਿਹੜੀਆਂ ਕਿਸਮਾਂ ਹਨ?
तो इसका उत्तर है डुमना मखीर या मठाकी, लड्डू मक्खी या पहाड़ी मक्खी शहद दियां मक्खियां दियां होर किस्मां हन। अगला प्रश्न है लार्वा नूं प्यूपा बनन दी अवस्था तक की खाण नूं दिता जांदा है। तो इसका उत्तर है लार्वा तो प्यूपा बनन तक पहले 2 दिन रॉयल जैली अते फिर साधारण शहद दिता जांदा है। अगला प्रश्न है कामा मक्खी की काम करती है। तो इसका उत्तर है कामा मक्खी छत्ते दे सैलां नूं साफ करन, लार्वा नूं भोजन खुआउण, फुੱਲਾਂ तो शहद इकट्ठा करन अते छत्ते दी रखवाली करन दा काम करदी है। शहद विच की हुंदा है। शहद विच पानी, कार्बोहाइड्रेट्स, पराग कण, एंजाइम आदि हुंदे हन। ते ऐ सीगे छोटे उत्तरां वाले प्रश्न। हुण असीं करांगे संखेप उत्तरां वाले प्रश्न, जिस विच पहला है कामा मक्खियां शहद बनाउण लई फुੱਲਾਂ दे रस विच की मिलाउंदियां हन। इसका उत्तर है कामा मक्खियां शहद बनाउण लई फुੱਲਾਂ दे रस विच कई प्रकार दे एंजाइम मिलाउंदियां हन। अगला प्रश्न है शहद दियां मक्खियां दा जीवन चक्कर किहो जिहा हुंदा है। जीवन चक्कर जिसनूं इस इंग्लिश विच लाइफ साइकिल भी कहंदे हां। राणी मक्खी द्वारा दिते अंडियां विचों छोटी ਜਿਹੀ सुंडी निकलदी है जिसनूं लार्वा कहंदे हन। कुछ दिनां विच यह आकार वध जांदा है, फिर यह खाना छड्ड दिंदी है। इस दे सैल नूं उपर तो सील कर दिता जांदा है। इस अवस्था नूं प्यूपा अवस्था कहंदे हन। प्यूपा अवस्था विच यह सुंडी शहद दी मक्खी दे रूप विच परिवर्तित हो जाती है। अगला है राणी मक्खी दा भोजन की है। अते इसका उत्तर है राणी मक्खी दा भोजन रॉयल जैली है। शहद दियां मक्खियां बाहरलियां हमलावर मक्खियां तो अपनी कॉलोनी अते शहद दा बचाव किवें करदियां हन। इसका उत्तर है मक्खियां अपने बक्से दे बाहर पहरा दिंदियां हन। जे कमजोर छत्ते उत्ते बाहरी मक्खियां हमला कर देण तां ओह हमलावर मक्खियां दा डट के मुकाबला करदियां हन। इन्हां हमलिਆਂ विच बहुत सारियां मक्खियां मर जांदियां हन। किहड़ी रुत विच शहद काफ़ी मात्रा विच हुंदा है। अते इसका उत्तर है बसंत रुत अते फुੱਲਾਂ दे मौसम विच शहद काफ़ी मात्रा विच हुंदा है। हुण है सही शब्द चुन के खाली थावां भरो। इस विच सानूं शब्द भी दिते गए हैं तो असीं खाली थावां नूं भरना है। शहद दियां मक्खियां एक परिवार वांग रल मिल के रहंदियां हन। पहाड़ी मक्खी भी शहद दियां मक्खियां दी एक किस्म है। मक्खियां जीव जगत दे आर्थोपोडा जीव वर्ग नाल संबंध रखदियां हन। लार्वा नूं पहले 2 दिन रॉयल जैली खाण नूं दित्ती जांदी है। मक्खियां नूं अपने बक्से की पहचान हुंदी है। नवीं राणी मक्खी कुछ दिनों बाद अपने नाल होर कामा मक्खियां लैके उड़ जाती है। तो ऐसे खाली स्थान भरो, खाली थावां भरो। हुण असीं करांगे वाकां विच वरतो जिस विच पहला आकार जिसका वाक पहला ही बनया होया है। मखीर दी मक्खी आकार विच बाकी किस्मां दियां मक्खियां तो छोटी हुंदी है। ते इस तो बाद है जीव जगत। इस जीव जगत विच लखां तरह के जीव हन। दूजा कमजोर, सानू किसी नूं भी कमजोर नहीं समझना चाहिए। हमलावर, छत्ते दियां मक्खियां हमलावर मक्खियां दा मुकाबला करदियां हन। मौसम, अज मौसम बहुत सुहावना है। अवस्था, सुंडी प्यूपा अवस्था विच आउंदी है। अवस्था हुंदा स्टेज। ते हुण असीं करांगे हेठ लिखे शब्दां दे हिंदी अते अंग्रेजी शब्द लिखो। सानू पंजाबी दे शब्द दिते हुए हैं ते असीं उन्हां नूं हिंदी अते अंग्रेजी विच लिखना है। जिस विच पहला जो पहला ही सॉल्व किया है परिवार, परिवार फैमिली। इस तो बाद है शहद, शहद हनी। अंडे, अंडे एग। फुल, फूल फ्लावर।
अंग, अंग, पाठ, स्थान, स्थान, बलेस। इस तो बाद है शब्द शुद्धि, शुद्ध करके लिखो। ते शहद, रखवाली, हैरानीजनक, पहरा, गाड़ा ਅਤੇ पाइप। ਤੇ ਇਹਨਾਂ ਸ਼ਬਦਾਂ ਨੂੰ ਅਸੀਂ ਸ਼ੁੱਧ ਕਰਕੇ ਪਹਿਲਾਂ ਹੀ ਲਿਖ ਦਿੱਤਾ ਹੈ। ਆਪ ਸਾਰੇ ਇਸ ਦਾ ਉੱਤਰ ਆਪਣੀ ਕਿਤਾਬਾਂ ਜਾਂ ਕਾਪੀਆਂ ਵਿੱਚ ਲਿਖ ਸਕਦੇ ਹੋ। ਤੇ ਅੰਤ ਵਿੱਚ ਹੈ ਵਿਰੋਧੀ ਸ਼ਬਦ ਲਿਖੋ। ਉੱਚਾ, ਨੀਵਾਂ, ਪੱਕਾ, ਕੱਚਾ, ਬਾਹਰ, ਅੰਦਰ, ਸਧਾਰਨ, ਅਸਧਾਰਨ, ਕਮਜ਼ੋਰ, ताकतवर, नुकसान। इसका आएगा फायदा या फिर आप सारे लाभ भी लिख सकते।